ਬੇਸ਼ੁਮਾਰ ਅਥਾਹ ਅਗੰਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜੇਤਾ ਜਿਉ ਪਿੰਡ ਸਭ ਤੇਰਾ, ਤੋ ਅੰਤਰ ਜਾਮੀ ਪੁਰਖ ਭਗਵਾਨ। ਦਾਸਮ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹੋਂ ਕਰੀ ਵਖਿਆਨ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਕਹੰਤ ਬੇਦਾ ਗੁਣੰਤ ਗੁਣੀਆਂ। ਸੁਣੰਤ ਵਾਲਾ ਬਹੁ ਵਿਧ ਪ੍ਰਕਾਰਾ। ਕਹੰਤ ਬੇਦਾ ਗੁਣੰਤ ਗੁਣੀਆਂ। ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ। ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ। ਨਾਮ ਦਾਨ ਜਾਚੰਤ ਨਾਨਕ, ਦੈਨਹਾਰ ਗੁਰ ਗੋਪਾਲਾ। ਨਾਮ ਦਾਨ ਜਾਚੰਤ ਨਾਨਕ, ਦੈਨਹਾਰ ਗੁਰ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਹਜ਼ੂਰ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਪਾਵਨ ਪਵਿੱਤਰ ਸ਼ਲੋਕ ਸੰਸਕ੍ਰਿਤੀ। ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਤਿਗੁਰੂ ਉਪਦੇਸ਼ ਕਰ ਰਹੇ ਨੇ ਕਿ ਗਿਆਨੀ ਲੋਕ, ਉਸਤਾਦ ਮਨੁੱਖ ਵੇਦ ਪੜ੍ਹ ਪੜ੍ਹ ਕੇ ਉਹਨਾਂ ਵੇਦਾਂ ਦੀ ਵਿਚਾਰ ਕਰਦੇ ਨੇ। ਗੁਣਵਾਨ ਲੋਕ ਉਹਨਾਂ ਵੇਦਾਂ ਨੂੰ ਸੁਣਦੇ ਨੇ, ਵਿਚਾਰਦੇ ਨੇ ਤੇ ਸ਼ਾਇਦ ਕਿੰਨੇ ਜਿਹੜੇ ਵਿਦਿਆਰਥੀ ਨੇ, ਚੇਲੇ ਬਾਲਕੇ ਨੇ,
ਉਹਨਾਂ ਨੂੰ ਉਸਤਾਦ ਲੋਕ ਵੇਦਾਂ ਦਾ ਪਾਠ ਸਮਝਾਉਂਦੇ ਨੇ, ਸੁਣਾਉਂਦੇ ਨੇ, ਤੇ ਉਹ ਪਾਠ ਸੁਣ ਸੁਣ ਕੇ ਉਹਨਾਂ ਵੇਦਾਂ ਨੂੰ ਪੜ੍ਹ ਕੇ ਜਿਹੜੇ ਚੇਲੇ ਨੇ ਉਹ ਵੀ ਮਹਾਨ ਪੰਡਿਤ ਬਣ ਜਾਂਦੇ ਨੇ, ਵਿਦਵਾਨ ਬਣਦੇ ਨੇ। ਪਰ ਸਾਹਿਬ ਸ੍ਰੀ ਗੁਰੂ ਅਰਜਨ ਪਿਤਾ ਜੀ ਕਹਿਣ ਲੱਗੇ, ਵੇਦ ਪੜ੍ਹ ਵੀ ਲਏ, ਵੇਦਾਂ ਦੀ ਵਿਚਾਰ ਕਰ ਵੀ ਲਈ, ਅੱਗੋਂ ਚੇਲਿਆਂ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੱਤਾ। ਮਹਾਰਾਜ ਕਹਿੰਦੇ ਨੇ, ਅਸਲੀ ਵਿਦਿਆ ਤਾਂ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ, ਤੇ ਜਿਸ ਮਨੁੱਖ ਉੱਤੇ ਮੇਰੇ ਮਾਲਕ ਦੀ ਕਿਰਪਾ ਹੋਵੇ, ਜਿੱਥੇ ਉਹ ਦੁਨੀਆ ਦੀ ਵਿਦਿਆ ਨੂੰ ਗ੍ਰਹਿਣ ਕਰਦਾ ਹੈ, ਉੱਥੇ ਪ੍ਰਭੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਮਾਲਕ ਤੋਂ ਨਾਮ ਦੀ ਜਾਚਨਾ ਕਰਦਾ, ਨਾਮ ਦੀ ਦਾਤ ਮੰਗਦਾ। ਸਭ ਤੋਂ ਉੱਚੀ ਵਿਦਿਆ ਨਾਮ ਮੰਗਣਾ। ਸਾਧ ਸੰਗਤ, ਵਿਦਿਆ ਇੱਕ ਬਹੁਤ ਵੱਡਾ ਗੁਣ ਹੈ। ਸਿਆਣੇ ਲੋਕਾਂ ਨੇ ਵਿਦਿਆ ਨੂੰ ਇੱਕ ਦੀਵੇ ਦੇ ਨਾਲ ਵੀ ਤੁਲਨਾ ਦਿੱਤੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਸ ਮੁਤਲਕ ਕੁਝ ਬਚਨ ਕਹੇ ਨੇ। ਤੇ ਦੀਵੇ ਦਾ ਕੰਮ ਹੁੰਦਾ ਚਾਨਣ ਦੇਣਾ, ਦੀਵੇ ਦਾ ਕੰਮ ਹੈ ਪ੍ਰਕਾਸ਼ ਦੇਣਾ, ਤੇ ਉਸ ਪ੍ਰਕਾਸ਼ ਦੇ ਆਸਰੇ, ਉਹਦੇ ਚਾਨਣ ਦੇ ਸਹਾਰੇ ਮਨੁੱਖ ਨੇ ਅੰਧਕਾਰ ਨੂੰ, ਹਨੇਰੇ ਨੂੰ ਦੂਰ ਕਰਕੇ, ਠੋਕਰਾਂ ਤੋਂ ਬਚ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਮੈਂ ਅਰਜ਼ ਕਰਾਂ, ਇਕਾਗਰਤਾ ਬਖਸ਼ਣੀ। ਦੀਵੇ ਨਾਲ ਮਨੁੱਖ ਨੂੰ ਮੰਜ਼ਿਲ ਮਿਲਣੀ ਹੈ, ਦੀਵੇ ਨਾਲ ਚਾਨਣ ਮਿਲਣਾ ਹੈ। ਉਸ ਚਾਨਣ ਦੇ ਆਸਰੇ ਮਨੁੱਖ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ, ਠੋਕਰਾਂ ਤੋਂ ਬਚ ਕੇ। ਪਰ ਯਾਦ ਰੱਖਣਾ, ਜੇ ਤਾਂ ਦੀਵਾ ਕਿਸੇ ਸਿਆਣੇ ਦੇ ਹੱਥ ਵਿੱਚ ਹੈ, ਉਹ ਸ਼ਕਤੀ, ਉਹ ਤਾਕਤ, ਉਹ ਲਾਈਟ ਕਿਸੇ ਸੂਝਵਾਨ ਦੇ ਹੱਥ ਵਿੱਚ ਹੈ, ਉਹ ਤਾਂ ਵਾਕਈ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਜਾਏਗਾ, ਠੋਕਰਾਂ ਤੋਂ ਬਚ ਕੇ। ਤੇ ਜੇ ਕਿਤੇ ਅਗਿਆਨੀ ਮਨੁੱਖ ਦੇ ਹੱਥ ਵਿੱਚ ਦੀਵਾ ਆ ਜਾਏ, ਤੇ ਯਾਦ ਰੱਖਣਾ, ਜਿਸ ਦੀਵੇ ਨਾਲ ਸਾਨੂੰ ਚਾਨਣ ਮਿਲਦਾ ਹੈ, ਉਸੇ ਜੀਵੇ ਨਾਲ ਘਰਾਂ ਨੂੰ ਅੱਗ ਲੱਗ ਜਾਏ ਤਾਂ ਉਹ ਸਾੜ ਕੇ ਤਬਾਹ ਵੀ ਕਰ ਦਿੰਦੇ। ਸਾਹਿਬ ਕਹਿੰਦੇ ਨੇ, ਵਿਦਿਆ ਤਾਂ ਇੱਕ ਦੀਵਾ ਹੈ। ਜੇ ਕਿਤੇ ਮਨੁੱਖ ਇਹਦਾ ਆਸਰਾ ਲੈ ਕੇ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਵਾਲੇ ਪਾਸੇ ਨੂੰ ਤੁਰ ਪਵੇ, ਤੇ ਇਹਦੇ ਨਾਲੋਂ ਵੱਡਾ ਕੋਈ ਹੋਰ ਲਾਭ ਨਹੀਂ, ਕੋਈ ਹੋਰ ਏਦੂ ਵੱਡਾ ਯਤਨ ਨਹੀਂ। ਤੇ ਜੇ ਮਨੁੱਖ ਵਿਦਿਆ ਦਾ ਦੀਵਾ ਲੈ ਕੇ ਅਹੰਕਾਰੀ ਹੋ ਗਿਆ, ਉਸੇ ਵਿਦਿਆ ਦੇ ਨਾਲ ਲੋਕਾਂ ਦਾ ਬੁਰਾ ਸੋਚਣ ਲੱਗ ਪਿਆ, ਤੇ ਯਾਦ ਰੱਖਣਾ, ਉਹੀ ਵਿਦਿਆ ਜਿਹੜੀ ਹੈ ਤਬਾਹੀ ਦਾ ਕਾਰਨ ਬਣ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ, ਮਨੁੱਖ ਪੜ੍ਹਦੇ ਬੜੇ ਨੇ, ਸਿਆਣੇ ਸੂਝਵਾਨ ਬੜੇ ਨੇ, ਵਕਤੇ ਬੜੇ ਨੇ, ਪਰ ਲਾਭ ਤਾਂ ਜੇ ਉਸ ਵਿਦਿਆ ਨਾਲ ਕੁਝ ਜੀਵਨ ਵਿੱਚ ਰੋਸ਼ਨੀ ਆਈ, ਉਸ ਵਿਦਿਆ ਨਾਲ ਕਿਤੇ ਗੁਰੂ ਤੇ ਪਰਮੇਸ਼ਵਰ ਨਾਲ ਸਾਂਝ ਪੈ ਗਈ। ਤੇ ਜੇ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਸਾਹਿਬ ਕਹਿੰਦੇ ਨੇ, ਸਭ ਕੁਝ ਪਤਾ ਵੀ ਏ, ਪੜਿਆ ਵੀ ਏ, ਪਰ ਜਾਣ ਬੁੱਝ ਕੇ ਫਿਰ ਭੁੱਲ ਪਿਆ ਕਰਦਾ। ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਕਾਹੇ ਕੀ ਕੁਸਲਾਤ ਹਾਥ ਦੀਪ ਕੁਐ ਪਰੈ। ਇਹ ਕਿੱਧਰ ਦੀ ਸਿਆਣ ਭਲਿਆ, ਹੱਥ ਵੀ ਦੀਵੇ ਪਕੜ ਕੇ ਤੂੰ ਖੂਹ ਵੀ ਛਾਲ ਪਿਆ ਮਾਰਨਾ। ਜਿਨੇ ਹੱਥ ਵਿੱਚ ਦੀਵਾ ਪਕੜ ਕੇ ਵੀ ਠੋਕਰ ਖਾ ਲਈ, ਤੇ ਦੀਵੇ ਦੀ ਨਰਾਦਰੀ ਹੋਵੇਗੀ, ਤੇ ਵੇਖਣ ਵਾਲੇ ਲੋਕ ਹਮਦਰਦੀ ਵੀ ਪ੍ਰਗਟ ਨਹੀਂ ਕਰਨਗੇ। ਕਹਿਣਗੇ, ਭਲਿਆ ਤੂੰ ਤਾਂ ਦੀਵੇ ਦੀ ਨਰਾਦਰੀ ਕਰ ਦਿੱਤੀ। ਜਿਸ ਦੀਵੇ ਨੇ ਦੁਨੀਆ ਨੂੰ ਰੋਸ਼ਨੀ ਬਖਸ਼ਣੀ ਹੈ, ਤੂੰ ਉਹ ਦੀਵਾ ਲੈ ਕੇ ਵੀ ਖੱਡ ਵਿੱਚ ਛਾਲ ਮਾਰ ਦਿੱਤੀ। ਸਾਹਿਬ ਕਹਿੰਦੇ ਨੇ, ਵਿਦਿਆ ਇੱਕ ਚਾਨਣ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾ ਜੀ ਨੇ ਵਿਦਿਆ ਪੜ੍ਹਾਉਣ ਵਾਲੇ ਨੂੰ ਵੀ ਸੰਬੋਧਨ ਕੀਤਾ, ਵਿਦਿਆ ਪੜ੍ਹਨ ਵਾਲੇ ਨੂੰ ਵੀ ਸੰਬੋਧਨ ਕੀਤਾ। ਰਾਮਕਲੀ ਦੱਖਣੀ ਦੇ ਅੰਦਰ, ਦੱਖਣੀ ਓਂਕਾਰ ਦੇ ਅੰਦਰ ਮੇਰੇ ਗੁਰੂ ਨਾਨਕ ਪਿਤਾ ਜੀ ਨੇ ਬਚਨ ਇਹ ਕੀਤਾ। ਜੇ ਪੁੱਛੀਏ ਸਤਿਗੁਰੂ, ਵਿਦਿਆ ਪੜ੍ਹਾਉਣ ਵਾਲਾ ਪਾਂਧਾ ਕਿਹਨੂੰ ਕਹਿੰਦੇ ਨੇ? ਜਿਵੇਂ ਆਪਾਂ ਉਸਤਾਦ ਕਹਿ ਲਈਏ, ਟੀਚਰ ਕਹਿ ਲਈਏ, ਮਾਸਟਰ ਕਹਿ ਲਈਏ, ਗੁਰੂ ਨਾਨਕ ਸਾਹਿਬ ਜੀ ਅਸਲ ਵਿੱਚ ਪਾਂਧਾ ਕਿਹਨੂੰ ਕਹਿੰਦੇ ਨੇ? ਤੇ ਗੁਰੂ ਨਾਨਕ ਪਿਤਾ ਜੀ ਨੇ ਉਸ ਬਾਣੀ ਦੇ ਅੰਤ ਵਿੱਚ ਜਿਹੜੇ ਅੰਕ ਦਿੱਤੇ, ਕਹਿਣ ਲੱਗੇ, ਗੁਰਮਖੋ, ਅਸਲ ਵਿੱਚ ਪਾਂਧਾ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਚਾਟੜਿਆਂ ਨੂੰ, ਆਪਣੇ ਚੇਲਿਆਂ ਨੂੰ ਨਾਮ ਦੀ ਮੱਤ ਦਿੰਦਾ ਹੈ, ਜਿਹੜਾ ਆਪਣੇ ਚੇਲਿਆਂ ਨੂੰ ਵਕਾਰਾਂ ਤੋਂ ਛੁਡਾ ਕੇ ਗੁਰੂ ਪ੍ਰਭੂ ਦੇ ਚਰਨਾਂ ਵੀ ਜੋੜਦਾ ਹੈ, ਜਿਹੜਾ ਆਪਣੇ ਚੇਲਿਆਂ ਨੂੰ ਦੁਨੀਆ ਵਿੱਚ ਕੁਝ ਪਰਉਪਕਾਰ ਕਰਨ ਦੀ ਵਿਦਿਆ ਦਿੰਦਾ ਹੈ, ਜਿਹੜਾ ਆਪਣੇ ਚੇਲਿਆਂ ਨੂੰ ਮਨੁੱਖਤਾ ਦੇ ਭਲੇ ਦੇ ਲਈ ਕੁਝ ਸਿਖਾਉਂਦਾ ਹੈ,
ਅਸਲ ਵਿੱਚ ਉਹ ਮਹਾਨ ਵਿਦਵਾਨ ਹੈ, ਉਹ ਪੰਧ ਹੈ ਜਿਹੜਾ ਚੱਲ ਚੇਲਿਆਂ ਨੂੰ ਨਾਮ ਨਾਲ ਜੋੜਦਾ ਹੈ ਤੇ ਜਿਸ ਨੇ ਆਪਣੇ ਗਲੇ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਹਾਰ ਪਾਇਆ ਹੈ ਤੇ ਜਿਹੜਾ ਉਹਦੇ ਕੋਲੋਂ ਪੜ ਕੇ ਜਾਂਦਾ ਹੈ ਉਹਦੇ ਗਲੇ ਵਿੱਚ ਵੀ ਰਾਮ ਨਾਮ ਦਾ ਹਾਰ ਪਾ ਦਿੰਦਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ। ਪਾਂਧਾ ਉਸ ਨੂੰ ਗੁਰਮੁਖ ਕਹੀਦਾ, ਉਸ ਪਾਂਧੇ ਨੂੰ ਸਿਆਣਾ ਕਹੀਦਾ ਜਿਹੜਾ ਚਾਟੜਿਆਂ ਦਾ ਅਰਥ ਆਪਣੇ ਚੇਲਿਆਂ ਨੂੰ ਮਤ ਦਿੰਦਾ। ਤੇ ਕੀ ਮਤ ਦਿੰਦਾ? ਨਾਮ ਸੰਭਾਲੋ, ਨਾਮ ਸੰਗ੍ਰਹੋ। ਜਿਹੜਾ ਕਹਿੰਦਾ ਹੈ ਮੇਰੇ ਚੇਲਿਓ ਨਾਮ ਦੀ ਸੰਭਾਲ ਕਰੋ, ਨਾਮ ਨੂੰ ਇਕੱਠਿਆਂ ਕਰ ਲਵੋ। ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ। ਨਾਮ ਸੰਭਾਲੋ, ਨਾਮ ਸੰਗ੍ਰਹੋ, ਲਾਹਾ ਜਗ ਮੈਂ ਲੈ। ਸਾਹਿਬ ਕਹਿੰਦੇ ਨੇ ਜਿਹੜਾ ਕਹਿੰਦਾ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ। ਜਿਹੜਾ ਪਾਂਧਾ ਕਹਿੰਦਾ ਮੇਰੇ ਚੇਲਿਓ ਜਿੱਥੇ ਲੱਕੜ ਦੀ ਫੱਟੀ ਤੇ ਤੁਸੀਂ ਲਿਖਦੇ ਹੋ ਹਰਫ ਲਫ਼ਜ਼ ਲਿਖਦੇ ਹੋ, ਉੱਥੇ ਆਪਣੇ ਮਨ ਨੂੰ ਫੱਟੀ ਬਣਾ ਲਓ। ਮਨ ਦੀ ਫੱਟੀ ਤੇ ਸਤਿਨਾਮ ਵਾਹਿਗੁਰੂ ਲਿਖਣਾ ਸ਼ੁਰੂ ਕਰ ਦਿਓ ਤੇ ਸਾਹਿਬ ਕਹਿੰਦੇ ਨੇ ਪਾਂਧਾ ਕਹਿੰਦਾ ਫਿਰ ਤੁਸੀਂ ਸਿਆਣੇ ਪੜ੍ਹੇ ਹੋਏ ਵਿਦਿਆਰਥੀ ਹੋਵੋਗੇ। ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ। ਨਾਨਕ ਸੋ ਪੜਿਆ ਸੋ ਪੰਡਤ ਬੀਨਾ। ਉਹਨੂੰ ਪੜਿਆ ਵਿਦਵਾਨ ਪੰਡਤ ਕਹਿੰਦੇ ਨੇ ਰਾਮ ਨਾਮ ਗਲਹਾਰ, ਜਿਸ ਦੇ ਗਲੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਹਾਰ ਪਿਆ ਹੋਇਆ, ਉਹ ਸਿਆਣਾ ਵਿਦਵਾਨ ਪੰਡਤ ਹੈ। ਸਤਿਗੁਰੂ ਨੇ ਬਾਣੀ ਵਿੱਚ ਬੜੇ ਕਮਾਲ ਦੇ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਇਆ। ਜਿਹੜੇ ਬਾਣੀ ਪੜਨ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਪਤਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕੋਈ ਦੁਨੀਆ ਦਾ ਸ਼ੰਕਾ ਨਹੀਂ ਜੇ ਰਹਿਣ ਦਿੱਤਾ। ਪਰ ਹਾਂ ਜਦੋਂ ਕੋਈ ਭਾਵਨਾ ਵਾਲਾ ਗੁਰੂ ਸਮਝ ਕੇ ਗੁਰੂ ਕੀ ਬਾਣੀ ਨੂੰ ਪੜ੍ਹਦਾ ਤੇ ਸਤਿਗੁਰੂ ਨੇ ਹਰ ਹੀਲੇ ਕੋਸ਼ਿਸ਼ ਕੀਤੀ ਮਨੁੱਖ ਨਾਮ ਨਾਲ ਪ੍ਰਭੂ ਨਾਲ ਜੁੜ ਜਾਏ। ਜਿਹੜਾ ਅਗਿਆਨੀ ਹੋਇਆ ਠੋਕਰਾਂ ਖਾਂਦਾ ਹੈ, ਇਹ ਨਾਮ ਦੀ ਰੋਸ਼ਨੀ ਵਿੱਚ ਸ਼ਬਦ ਦੀ ਰੋਸ਼ਨੀ ਵਿੱਚ ਗਿਆਨਵਾਨ ਹੋ ਕੇ ਪ੍ਰਭੂ ਦੇ ਦਰ ਤੱਕ ਪਹੁੰਚ ਸਕੇ। ਸਤਿਗੁਰੂ ਕੀ ਬਾਣੀ ਵਿੱਚ 12 ਮਾਹੇ ਵੀ 2 ਆਉਂਦੇ ਨੇ। ਧਿਆਨ ਰੱਖਣਾ ਬਾਣੀ ਵਿੱਚ ਪਹਿਰੇ ਵੀ ਆਉਂਦੇ ਨੇ, ਬਾਣੀ ਦੇ ਅੰਦਰ 7 ਵਾਰ ਵੀ ਆਉਂਦੇ ਨੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਕ 434 ਤੇ 436 ਹੈ। ਇੱਥੇ 2 ਪੱਟੀਆਂ ਆਉਂਦੀਆਂ ਨੇ। ਪੱਟੀ ਦਾ ਅਰਥ ਹੁੰਦਾ ਫੱਟੀ। ਪੁਰਾਣੇ ਸਮੇਂ ਤੁਹਾਨੂੰ ਪਤਾ ਹੈ ਕਿ ਜਦੋਂ ਸਕੂਲ ਵੀ ਜਾਣਾ ਤੇ ਸ਼ਾਹੀ ਕੋਲੇ ਪੀ ਕੇ ਤੇ ਫੱਟੀ ਹੋਣੀ, ਫੱਟੀ ਦੇ ਉੱਪਰ ਬੱਚੇ ਨੇ ਲਿਖਣਾ। ਪਹਿਲੀ ਪੱਟੀ ਲਿਖੀ ਹੈ ਮੇਰੇ ਗੁਰੂ ਨਾਨਕ ਸਾਹਿਬ ਨੇ ਤੇ ਦੂਸਰੀ ਪੱਟੀ ਲਿਖੀ ਹੈ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੇ ਗੁਰੂ ਬਾਬਾ ਜੀ ਨੇ ਉਹ ਪੱਟੀ ਲਿਖ ਕੇ ਉਹ ਬਖਸ਼ਿਸ਼ ਕਿਰਪਾਲਤਾ ਕੀਤੀ। ਉਸ ਪੱਟੀ ਦੇ ਵਿੱਚ ਉਪਦੇਸ਼ ਦਿੱਤਾ ਹੈ ਕਿ ਸਾਨੂੰ ਕੀ ਕੁਝ ਪੜ੍ਹਨਾ ਚਾਹੀਦਾ। ਸਤਿਗੁਰੂ ਕੀ ਬਾਣੀ ਪੜ੍ਹਨੇ ਆ ਸਾਹਿਬ ਅੱਜ ਕਹਿੰਦੇ ਨੇ ਕਿ ਯਾਦ ਰੱਖਣਾ ਪੜ੍ਹਦੇ ਵੀ ਬੜੇ ਨੇ, ਸੁਣਦੇ ਵੀ ਬੜੇ ਨੇ, ਪਰ ਅਸਲੀ ਵਿਦਿਆ ਤੇ ਇਹ ਜੇ ਕੋਈ ਪ੍ਰਭੂ ਦੇ ਨਾਮ ਨਾਲ ਜੁੜ ਜਾਏ। ਗੁਰੂ ਨਾਨਕ ਸਾਹਿਬ ਨੇ ਸ਼ਬਦ ਸ਼ੁਰੂ ਕੀਤਾ, ਪੱਟੀ ਆਰੰਭ ਕੀਤੀ। ਕਹਿਣ ਲੱਗੇ ਪਾਂਧਾ ਜੀ ਕੇਵਲ ਲੇਖੇ ਜੋਖੇ ਨਾ ਸਿਖਾਓ। ਜਦੋਂ ਆਪਣੇ ਵਿਦਿਆਰਥੀ ਦੇ ਹੱਥ ਵਿੱਚ ਪੱਟੀ ਪਕੜਾਉਂਦੇ ਹੋ ਤੇ ਪਹਿਲਾ ਸ਼ਬਦ ਪਾਉਂਦੇ ਹੋ ਸੱਸਾ। ਉਹਨਾਂ ਨੇ ਸੱਸੇ ਤੋਂ ਸ਼ੁਰੂ ਕੀਤੀ। ਉਹਨੂੰ ਪੜਾਇਆ ਕਰੋ ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਕਹਿੰਦੇ ਨੇ ਪਹਿਲਾ ਸ਼ਬਦ ਨੂੰ ਸਮਝਾ ਸੱਸੇ ਰਾਹੀਂ ਕਿ ਉਸ ਕਰਤੇ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾ ਜਿਨੇ ਸ੍ਰਿਸ਼ਟੀ ਨੂੰ ਸਾਜਿਆ ਹੋਇਆ। ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਸੇਵਤ ਰਹਿਚਿਤ ਜਿਨਕਾ ਲਾਗਾ ਆਇਆ ਤਿਨਕਾ ਸਫਲ ਭਇਆ। ਮਨ ਕਾਹੇ ਭੁੱਲੇ ਮੂੜ ਮਣਾ। ਸਾਹਿਬ ਕਹਿਣ ਲੱਗਿਓ ਮੂਰਖ ਮਣਾ ਕਿਸ ਭੁਲੇਖੇ ਵਿੱਚ ਪੈ ਗਏ। 4 ਅੱਖਰ ਪੜ੍ਹ ਕੇ ਲੋਕ ਤੈਨੂੰ ਕਹਿੰਦੇ ਨੇ ਬੜਾ ਵੱਡਾ ਵਿਦਵਾਨ ਹੈ। ਮਨ ਕਾਹੇ ਭੁੱਲੇ ਮੂੜ ਮਣਾ ਜਦ ਲੇਖਾ ਦੇਵੇਂ ਵੀਰਾ ਤਉ ਪੜਿਆ। ਜਿੱਦਨ ਤੂੰ ਪ੍ਰਭੂ ਦੀ ਦਰਗਾਹ ਵਿੱਚ ਲੇਖੇ ਦੇ ਕੇ ਛੁੱਟ ਗਿਆ ਫਿਰ ਸਮਝਾਂਗਾ ਤੇਰੇ ਨਾਲ ਵੱਡਾ ਕੋਈ ਵਿਦਵਾਨ ਨਹੀਂ। ਅਜੇ ਤਾਂ ਤੇਰੇ ਆਪਣੇ ਸਿਰ ਲੇਖਾ ਦੇਣ ਵਾਲਾ ਤੂੰ ਕਾਹਦਾ ਵਿਦਵਾਨ ਬਣਿਆ ਤੇ। ਜਦ ਲੇਖਾ ਦੇਵੇਂ ਵੀਰਾ ਤਉ ਪੜਿਆ ਤੇ ਜਿਹੜੀ ਇਹ ਰਹਾਉ ਦੀ ਤੋਕੇ ਮਨ ਕਾਹੇ ਭੁੱਲੇ ਮੂੜ ਮਣਾ। ਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਅੱਗੇ ਪੱਟੀ ਉਚਾਰਨ ਕੀਤੀ। ਤੇ ਕਦੀ ਇਸ ਪੱਟੀ ਦਾ ਪਾਠ ਕਰਕੇ ਦੇਖੋ। ਅਸੀਂ ਕੋਈ ਵੀ ਦੁੱਖ ਸੁੱਖ ਆਵੇ ਦੂਸਰੇ ਨੂੰ ਦੋਸ਼ ਦਿੰਦੇ ਆ, ਦੁੱਖ ਆ ਜਾਏ ਇਹਦੇ ਕਾਰਨ ਮੇਰੇ ਤੇ ਮੁਸੀਬਤ ਆਈ। ਪਰ ਜਦੋਂ ਬਾਬਾ ਜੀ ਦੀ ਪੱਟੀ ਪੜੀ ਕਹਿਣ ਲੱਗੇ ਦੱਦਾ ਅੱਖਰ ਪੜ੍ਹਨਾ ਹੈ ਨਾ ਤੇ ਕਿਸੇ ਨੂੰ ਮਤ ਦੋਸ਼ ਦੇ, ਕਿਸੇ ਉੱਪਰ ਮਤ ਤੂੰ ਇਲਜ਼ਾਮ ਲਗਾ ਇਹਦੇ ਕਰਕੇ ਮੈਨੂੰ ਦੁੱਖ ਮਿਲਿਆ।
जदों पढ़ना पट्टी ते पढ़िया कर, दद्दा दोष ना देऊं किसै, दोष कर्मा अपने, जो मैं किया सो मैं पाया, दोष ना दीजै अवर जन। जे विद्वान बनने साहब ने अमरदास गुरु बाबा जी ने जिहड़ी पट्टी उचारण कीती, ओहदे विच रहाओ दी तो के मन, ऐसा लेखा तू की पढ़िया, हे मेरे मना तू किहो जे लेखे पढ़े ने। लेखा देना देना तेरा सिर रहा, अजे तां तेरे सिर ते अपना रब दी कचहरी विच लेखा देना पिया, तू कहदे फटियां लिख लिख के कहना मैं लेखे कर ले। सतगुरु कहंदे ने प्यारिया, विद्या सारियां चंगियां ने, पर सब तो श्रेष्ठ प्रभु दे नाम दी विद्या। साध संगत गुरु ग्रंथ साहिब दी बाणी विच जिथे मेरे गुरु बाबा जी कहंदे ने हिरदे दी फट्टी ते नाम लिख, गुरु अमरदास कहंदे ने नाम लिख। साहिब दी बाणी विच ना प्रहलाद दे जीवन दे कुछ प्रसंग ने। प्रहलाद दा पिता हरनाक्ष है ते इहदे दो उस्ताद मुकर्रर कीते सन, दो टीचर ने इहदे। एक दा नाम सी संधा ते दूसरे दा नाम सी अमरक। गुरु ग्रंथ साहिब दी बाणी मुताबक प्रहलाद नूं पाठशाला विच भेजिया, नाल इहदे होर भी बच्चे गए पढ़न वाले। हरनाक्ष कहंदा अजे बच्चा है, इहनूं समझ नहीं, ये राम नाम जपदा है, राम राम कहंदा है। हो सकदा है कि विद्यार्थियां होरनां दी संगत करे, ये राम नाम छड्ड के मेरे नाम नूं जपे। कहण लगे बच्चियां दे नाल प्रहलाद गए ते संधा मरका ने फट्टी अगे रखी ते कहण लगे ऐ प्रहलाद, आ तेनूं पढ़ाना सिखाईए। इस फट्टी दे उपर हरनाक्ष दा नां पा दिता, तू जले हरनाक्ष थले हरनाक्ष कह। ते प्रहलाद ने चुकी वो फट्टी ते उस्तादां दे सामने रख के कहा, कहन लगा ऐ मेरे उस्तादो, तुसी बड़े सत्कारयोग हो। उस्ताद दा काम हुंदा है विद्यार्थी नूं राह देना, विद्यार्थी नूं चानण बख्शना। ਉਹ ਉਸਤਾਦ ਕਿਹੜਾ ਜਿਹੜਾ ਵਿਦਿਆਰਥੀ ਨੂੰ ਝੂਠ ਨਾਲ ਜੋੜਦਾ ਹੋਵੇ। ਤੁਹਾਨੂੰ ਪਤਾ ਹੈ ਤੁਸੀਂ ਮੇਰੇ ਉਸਤਾਦ ਹੋ, ਤੁਹਾਨੂੰ ਸਮਝੇ ਕਿ ਹਰਨਾਕਸ਼ ਸਦਾ ਰਹਿਣ ਵਾਲਾ ਨਹੀਂ, ਸਦਾ ਰਹਿਣ ਵਾਲਾ ਪ੍ਰਭੂ ਦਾ ਨਾਮ ਹੈ। ਜੇ ਤੁਸੀਂ ਮੇਰੀ ਫੱਟੀ ਤੇ ਕੁਝ ਲਿਖਣਾ ਚਾਹੁੰਦੇ ਹੋ, ਮੈਂ ਆਲ ਜੰਜਾਲ ਕੁਝ ਨਹੀਂ ਪੜ੍ਹਨਾ ਚਾਹੁੰਦਾ, ਮੇਰੇ ਹਿਰਦੇ ਦੀ ਫੱਟੀ ਤੇ ਕੇਵਲ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਦਿਓ, ਰਾਮ ਨਾਮ ਲਿਖ ਦਿਓ। ਤੇ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪ੍ਰਹਲਾਦ ਪਠਾਏ ਪੜਨ ਸਾਲ, ਸੰਗ ਸਖਾ ਬੋਲੀਏ ਬਾਲ। ਕਹਿਣ ਲੱਗੇ ਮੋਕੋ ਕਹਾਂ ਪੜਾਵਸ ਆਲ ਜਾਲ, ਮੈਨੂੰ ਕੀ ਪੜਾਉਣਾ ਚਾਹੁੰਦੇ ਹੋ, ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ, ਮੇਰੀ ਫੱਟੀ ਉੱਤੇ ਸ਼੍ਰੀ ਗੋਪਾਲ ਵਾਹਿਗੁਰੂ ਦਾ ਨਾਮ ਲਿਖ ਦਿਓ। ਕਹਿਣ ਲੱਗੇ ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਕਹਿਣ ਲੱਗੇ हे ਭਰਾਵੋ, हे ਬਾਬਾ, हे ਉਸਤਾਦੋ, मैं राम नाम नू नहीं छड़ना, नहीं छोड़ू रे बाबा राम नाम। कहन लगे मेरो और पढ़न सो नहीं काम, मैं तो होर कुछ पढ़न नहीं आया, मैं तो केवल राम नाम नू पढ़न वास्ते आया, क्योंकि नाम दी विद्या सब तो श्रोमणी है, श्रेष्ठ है। साध संगत जदों उस्तादा ने पूरा जोर लाया, प्रहलाद नहीं पढ़िया ते गुरु ग्रंथ साहिब कहंदे ने हरनाक्ष को ले गए। ते हरनाक्ष पुछदा है ਇਹਦੇ ਉੱਪਰ ਕੋਈ ਅਸਰ ਹੋਇਆ, ਕੋਈ ਇਹਨੇ ਤੁਹਾਡੇ ਤੋਂ ਗੁਣ ਗ੍ਰਹਿਣ ਕੀਤਾ, ਕੋਈ ਇਹਨੇ ਵਿਦਿਆ ਤੁਹਾਡੇ ਤੋਂ ਲਈ। ਤੇ ਕਹਿਣ ਲੱਗੇ ਉਸ ਵਕਤ ਉਸਤਾਦਾਂ ਨੇ ਕਿਹਾ, ਕਹਿਣ ਲੱਗੇ ਹਰਨਾਕਸ਼ ਇਹਨੇ ਆਪ ਤਾਂ ਕੀ ਪੜ੍ਹਨਾ ਸੀ, ਜਿਹੜੇ ਬੱਚੇ ਇਹਦੇ ਨੇੜੇ ਬੈਠੇ ਸਨ ਉਹਨਾਂ ਨੂੰ ਵੀ ਇਹ ਕਹਿ ਕੇ ਆਇਆ ਆਪਣੀ ਫੱਟੀ ਤੇ, ਹਰਨਾਕਸ਼ ਨੂੰ ਮਤ ਲਿਖੋ, ਹਰਨਾਕਸ਼ ਨੂੰ ਮਤ ਜਪੋ। ਇਹ ਤਾਂ ਨਾਲ ਦੇ ਸਾਡੇ ਹੋਰ ਵਿਦਿਆਰਥੀਆਂ ਨੂੰ ਵੀ ਨਾਮ ਨਾ ਰਾਮ ਨਾਮ ਵੀ ਜੋੜਾ ਹੈ, ਨਾਮ ਤੋਂ ਬਿਨਾਂ ਇਹ ਦੂਸਰੀ ਗੱਲ ਪੜ੍ਹਦੇ ਕੋਈ ਨਹੀਂ। ਸਤਿਗੁਰੂ ਨੇ ਅੱਗੇ ਬਚਨ ਕਿਹਾ, ਕਹਿਣ ਲੱਗੇ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਹਮ ਹੀ ਪਚਹਾਰੇ, ਰਾਮ ਕਹੇ ਕਰਤਾਲ ਬਜਾਵੇ ਚਟਿਆ ਸਭੇ ਬਿਗਾੜੇ। ਇਹ ਤਾਂ ਰਾਮ ਨਾਮ ਕਹਿ ਕੇ ਚੇਲਿਆਂ ਹੋਰਨਾਂ ਨੂੰ ਵੀ ਵਿਗਾੜ ਕੇ ਆ ਗਿਆ। ਗੁਰੂ ਸਵਾਰਿਓ, ਨਾਮ ਦੀ ਵਿਦਿਆ ਸਭ ਤੋਂ ਉੱਚੀ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਲਈ ਅਰਦਾਸ ਕੀਤੀ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ, ਬੜਾ ਪਿਆਰਾ ਇਹ ਕੌਲ, ਇਹ ਬਚਨ ਕਿਹਾ। ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਪੁਸਤਕ ਲਿਖੀ, ਬੰਦੀ ਛੋੜ, ਭਾਵਾਂ ਕਿ ਉਹਦੇ ਗ੍ਰੰਥ ਪੁਸਤਕਾਂ ਕਈ ਨੇ, ਪਰ ਬੰਦੀ ਛੋੜ ਵਿੱਚ ਉਹਨੇ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਕੀਤਾ। ਉਹ ਕਹਿੰਦਾ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ।
ਉਹ ਕਹਿਣ ਲੱਗੇ ਜਿੱਦਣ ਨਾਮ ਰੱਖਿਆ ਗੁਰੂ ਕੀ ਵਡਾਲੀ ਤੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਬਾਬਾ ਬੁੱਢਾ ਜੀ ਨੇ ਨਾਮ ਰੱਖਿਆ ਸੀ ਹਰਗੋਬਿੰਦ। ਤੇ ਜਿੱਦਣ ਨਾਮ ਰੱਖਣ ਤੋਂ ਬਾਅਦ ਬਾਬਾ ਬੁੱਢਾ ਜੀ ਬੀੜ ਸਾਹਿਬ ਚਲੇ ਗਏ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾਤਾ ਨੇ ਉਹਨਾਂ ਨੂੰ ਪੁੱਛਿਆ ਸੀ, ਵੀਰਨਾ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਬਾਲਕ ਹਰਗੋਬਿੰਦ ਨੂੰ ਕੁਝ ਵਿਦਿਆ ਦਿਵਾਣੀ ਚਾਹੀਦੀ ਏ, ਕਿਹਦੇ ਕੋਲ ਇਹਨਾਂ ਨੂੰ ਪੜ੍ਹਨੇ ਪਾਈਏ ਜਿੱਥੇ ਇਹਨਾਂ ਨੂੰ ਕੁਝ ਸਮਝ ਪੈ ਜਾਏ, ਕੁਝ ਪੜ੍ਹ ਲੈਣ। ਤੇ ਬਾਬਾ ਮਹਾਦੇਵ ਨੇ ਕਿਹਾ ਸੀ, ਗੁਰੂ ਅਰਜਨ ਸਾਹਿਬ ਜੇ ਤੁਸੀਂ ਕੁਝ ਪੜ੍ਹਾਉਣਾ ਚਾਹੁੰਦੇ ਹੋ ਇੱਕ ਕਿਰਪਾ ਕਰੋ, ਮੇਰੀ ਮੰਨੋ ਤਾਂ ਜਿਨਨੇ ਇਹਦੇ ਲਈ ਅਰਦਾਸ ਕੀਤੀ ਬਾਬੇ ਨੇ, ਜਿਨ੍ਹਾਂ ਨੇ ਨਾਮ ਰੱਖਿਆ ਬਾਬੇ ਨੇ ਇਹਦਾ, ਉਸ ਬਾਬੇ ਬੁੱਢੇ ਨੂੰ ਉਸਤਾਦ ਮੁਕਰਰ ਕਰ ਦਿਓ ਤਾਂ ਜੋ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਉਣਾ ਆਰੰਭ ਕਰ ਦੇ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਸੰਗਤ ਭਰੀ ਏ, ਬਾਲਕ ਹਰਗੋਬਿੰਦ ਜੀ ਕੋਲ ਬੈਠੇ ਨੇ ਤੇ ਉਸ ਵਕਤ ਬਾਬਾ ਬੁੱਢਾ ਜੀ ਨੇ ਨਮਸਕਾਰ ਕੀਤੀ ਨਿਮਰਤਾ ਦੇ ਨਾਲ ਤੇ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ, ਦਾਤਾ ਜੀ ਆਪ ਜੀ ਨੇ ਚਾਕਰ ਨੂੰ ਯਾਦ ਕੀਤਾ, ਮੇਰੇ ਲਈ ਹੁਕਮ ਕੀ ਹੈ? ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਦੇ ਬਖਸ਼ਿਆ ਐ ਬਾਬਾ ਬੁੱਢਾ, ਦੇਖ ਤੇਰੀ ਕਿਰਪਾ ਨਾਲ ਤੇਰੀ ਅਰਦਾਸ ਨਾਲ ਸਾਡੇ ਗ੍ਰਹਿ ਵਿੱਚ ਪਰਮੇਸ਼ਵਰ ਨੇ ਪੁੱਤਰ ਦੀ ਦਾਤ ਦਿੱਤੀ, ਪਰਤ ਕੇ ਨਾਮ ਹੀ ਤੁਸੀਂ ਰੱਖਿਆ ਤੇ ਅੱਜ ਕਿਰਪਾ ਇੱਕ ਹੋਰ ਕਰੋ, ਅੱਜ ਤੋਂ ਬਾਅਦ ਹਰਗੋਬਿੰਦ ਨੂੰ ਪੜ੍ਹਾਉਣਾ ਵੀ ਤੁਸੀਂ ਹੈ। ਕਹਿਣ ਲੱਗੇ ਉਸ ਬਜ਼ੁਰਗ ਬਾਬੇ ਦੇ ਹੱਥ ਜੁੜ ਗਏ, ਕਹਿਣ ਲੱਗਾ ਮੇਰੇ ਸਤਿਗੁਰੂ ਮੈਂ ਤਾਂ ਪੇਂਡੂ ਜੱਟ ਬੰਦਾ ਵਾਂ, ਹਲ ਵਾਹਣੇ ਮੈਂ ਜਾਣਨਾ ਵਾਂ, ਖੇਤਾਂ ਨੂੰ ਪਾਣੀ ਲਾਣਾ ਮੈਨੂੰ ਪਤਾ ਹੈ, ਬੀਜ ਬੀਜਨੇ ਹਾੜੀ ਸੌਣੀ ਦੀ ਫਸਲ ਵਕਤ ਸਿਰ ਬੀਜ ਲੈਣੀ ਵੱਢ ਲੈਣੀ ਇਹ ਮੈਂ ਜਾਣਨਾ ਵਾਂ, ਦਾਤਾ ਮੱਝਾਂ ਢੋਰ ਡੰਗਰ ਮੈਂ ਸਾਂਭ ਸਕਣਾ, ਤੇਰੀ ਖੇਤੀ ਨੂੰ ਸਾਂਭਾਂਗਾ, ਮੈਂ ਤਾਂ ਅਨਪੜ੍ਹ ਜਿਹਾ ਬੰਦਾ ਵਾਂ, ਮੈਨੂੰ ਕੋਈ ਸਮਝ ਨਹੀਂ। ਜੇ ਹਰਗੋਬਿੰਦ ਨੂੰ ਪੜ੍ਹਾਉਣਾ ਚਾਹੁੰਦੇ ਹੋ ਕੋਈ ਸਿਆਣਾ ਉਸਤਾਦ ਮੁਕਰਰ ਕਰੋ, ਕੋਈ ਪੜ੍ਹਿਆ ਲਿਖਿਆ ਵਿਦਵਾਨ ਲੱਭੋ, ਮੇਰੇ ਵਰਗਾ ਜੱਟ ਬੂਟ ਬੰਦਾ ਜਿਹਨੂੰ ਵਾਹੀ ਤੋਂ ਬਿਨਾਂ ਕੁਝ ਆਉਂਦਾ ਹੀ ਨਹੀਂ, ਸਤਿਗੁਰੂ ਮੈਂ ਕੀ ਪੜ੍ਹਾ ਸਕਣਾ ਵਾ। ਪਰ ਚੇਤੇ ਰੱਖਣਾ ਅੰਦਰ ਦੀ ਵਿਦਿਆ ਦੀ ਕਿੰਨੀ ਕੀਮਤ ਹੈ। ਜਦੋਂ ਕਿਹਾ ਸਤਿਗੁਰੂ ਮੈਨੂੰ ਕੁਝ ਨਹੀਂ ਆਉਂਦਾ ਤੇ ਗੁਰੂ ਅਰਜਨ ਸਾਹਿਬ ਨੇ ਭਰੀ ਸੰਗਤ ਵਿੱਚ ਕਿਹਾ, ਕਹਿਣ ਲੱਗੇ ਬਾਬਾ ਬੁੱਢਾ ਜੀ ਮੰਨਿਆ ਕਿ ਤੈਨੂੰ ਕੁਝ ਨਹੀਂ ਆਉਂਦਾ, ਬਸ ਤੂੰ ਮੇਰੇ ਪੁੱਤਰ ਹਰਗੋਬਿੰਦ ਨੂੰ ਉਹ ਪੜ੍ਹਾਈ ਕਰਾ ਦੇ ਜਿਹੜੇ ਗੁਨਾਹ ਕਰਕੇ ਗੁਰੂ ਨਾਨਕ ਨੇ ਤੈਨੂੰ ਬਾਲ ਉਮਰ ਵਿੱਚ ਗਲਵਕੜੀ ਵਿੱਚ ਲੈ ਕੇ ਕਿਹਾ ਸੀ, ਪੁੱਤਰ ਹੈ ਤਾਂ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਨੇ, ਜਿਹੜੀ ਕਿਰਪਾ ਬਾਲ ਉਮਰ ਵਿੱਚ ਗੁਰੂ ਨਾਨਕ ਨੇ ਤੇਰੇ ਤੇ ਕਰ ਦਿੱਤੀ, ਤੇਰੇ ਗੁਣ ਵੇਖ ਕੇ ਉਹ ਜੇ ਗੁਣ ਤੂੰ ਮੇਰੇ ਪੁੱਤਰ ਨੂੰ ਵੀ ਸਿਖਾ ਦੇ, ਉਹੀ ਵਿਦਿਆ ਸਿਖਾ ਦੇ। ਸਾਧ ਸੰਗਤ ਬਾਬੇ ਬੁੱਢੇ ਨੇ ਵਿਦਿਆ ਦਿੱਤੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ। ਸਾਹਿਬ ਕਹਿੰਦੇ ਨੇ ਸਿੱਖ ਵਿਦਵਾਨ ਹੋਵੇ, ਪੜ੍ਹਿਆ ਹੋਵੇ, ਪਰ ਕੱਲਾ ਯਾਦ ਰੱਖਣਾ ਇਲਮ ਹੀ ਨਾ ਹੋਵੇ, ਨਾਲ ਅਮਲ ਵੀ ਚਾਹੀਦਾ ਹੈ। ਬਾਣੀ ਵਿੱਚ ਬੜੇ ਪਿਆਰੇ ਬਚਨ ਆਏ ਨੇ। ਮੇਰੇ ਗੁਰਦੇਵ ਦੀ ਬਾਣੀ ਜਦੋਂ ਅਸੀਂ ਪੜ੍ਹਨੇ ਆ ਆਸਾ ਦੀ ਵਾਰ, ਹਜ਼ੂਰ ਪੌੜੀ ਵਿੱਚ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਜਿਹੜਾ ਪੜ੍ਹਿਆ ਲਿਖਿਆ ਬੰਦਾ ਗਲਤੀ ਕਰਦਾ ਹੈ, ਜੋ ਸਮਝੇ ਕਿ ਮੇਰੀ ਗਲਤੀ ਦੇ ਬਦਲੇ ਕਿਸੇ ਅਨਪੜ੍ਹ ਨੂੰ ਮਾਰ ਪਏਗੀ, ਮੈਂ ਪੜ੍ਹਿਆ ਲਿਖਿਆ ਵਾਂ ਮੈਨੂੰ ਤਾਂ ਕਿਸੇ ਪੁੱਛਣਾ ਨਹੀਂ। ਤੇ ਮੇਰੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਨੀ ਸਾਧ ਨਾ ਮਾਰੀਏ। ਯਾਦ ਰੱਖੀ ਜੇ ਪੜ੍ਹਿਆ ਲਿਖਿਆ ਗਲਤੀ ਕਰਦਾ ਤੇ ਰੱਬ ਦੀ ਕਚਹਿਰੀ ਵਿੱਚ ਉਹ ਵੀ ਤਲਬਿਆ ਜਾਏਗਾ। ਇਹਦਾ ਮਤਲਬ ਇਹ ਨਹੀਂ ਕਿ ਕੇਵਲ ਅਨਪੜ੍ਹਾਂ ਨੂੰ ਪੁੱਛਿਆ ਜਾਂਦਾ ਹੈ, ਜੇ ਪੜ੍ਹਿਆ ਕੋਈ ਭੁੱਲ ਕਰਦਾ ਤੇ ਪੁੱਛਿਆ ਉਹਨੂੰ ਵੀ ਜਾਏਗਾ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਨੀ ਸਾਧ ਨਾ ਮਾਰੀਏ, ਜਿਹਾ ਘਾਲੈ ਘਾਲਣਾ ਤੇ ਵੇਖੋ ਨਾਉ ਪਚਾਰੀਐ, ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਏ ਹਾਰੀਐ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ, ਪਿਆਰੇ ਜਿਹੜੇ ਪੜ੍ਹੇ ਤੇ ਲਿਖੇ ਨੇ ਭਾਵੇਂ ਅਨਪੜ੍ਹ ਨੇ, ਅੱਗੇ ਵਿਚਾਰ ਹੋਵੇਗੀ ਇਸ ਬੰਦੇ ਨੇ ਆਪਣੇ ਅੰਦਰ ਧਰਮ ਨੂੰ ਕਿੰਨਾ ਕੁ ਕਮਾਇਆ ਹੋਇਆ। ਸਤਿਗੁਰੂ ਕਹਿੰਦੇ ਨੇ ਜੇ ਤੂੰ ਵਿਦਵਾਨ ਹੈ, ਹੁਣ ਆਮ ਤੌਰ ਤੇ ਅਸੀਂ ਵਿਦਵਾਨ ਦੇਖਨੇ ਆ ਨਾ, ਗੁਰੂ ਕਿਰਪਾ ਕਰੇ ਸਾਨੂੰ ਗੁਰਮਤ ਦੀ ਦਾਤ ਬਖਸ਼ ਦੇ। ਪਿਆਰਿਓ ਵਿਦਵਤਾ ਦੀ ਮੰਜ਼ਿਲ ਬੜੀ ਉੱਚੀ ਜੇ ਗੁਰੂ ਕਿਰਪਾ ਕਰੇ ਤਾਂ ਅਸੀਂ ਪੜ੍ਹਨੇ ਆ ਭਾਈ ਨੰਦ ਲਾਲ ਨੂੰ, ਤੇ ਕਈ ਵਾਰੀ ਸੋਚੀਦਾ ਭਾਈ ਨੰਦ ਲਾਲ ਜੀ ਵਰਗਾ ਵਿਦਵਾਨ ਕੌਣ ਹੋਵੇਗਾ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ,
ਉਹ ਕਹਿੰਦੇ ਨੇ ਅਸੀਂ ਜਾਪ ਸਾਹਿਬ ਪੜ੍ਹਨੇ ਆ ਤੇ ਜਿਤਨੀ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਵਿੱਚ ਰੱਬ ਦੇ ਨਾਮ ਉਚਾਰਨ ਕਰਨ ਦੀ ਕੀਤੀ, ਜਿਵੇਂ ਉਹਨਾਂ ਨੇ ਰੱਬ ਦੇ ਕਈ ਨਾਵਾਂ ਨਾਲ ਸੰਬੋਧਨ ਕੀਤਾ, ਤੇ ਉਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਨ ਵਿੱਚ ਕਮਾਲ ਕਰ ਦਿੱਤੀ। ਪਰ ਜਿੱਦਣ ਭਾਈ ਨੰਦ ਲਾਲ ਦਿੱਲੀ ਤੋਂ ਆਉਂਦਾ, ਔਰੰਗਜ਼ੇਬ ਦੀ ਕਚਹਿਰੀ ਵਿੱਚ ਉਹਦੇ ਦਰਬਾਰ ਵਿੱਚ ਸਭ ਤੋਂ ਵੱਡਾ ਵਿਦਵਾਨ ਹੈ, ਤੇ ਜਦੋਂ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਇੰਨਾ ਵਿਦਵਾਨ ਬੰਦਾ ਮੱਥਾ ਟੇਕਦਾ ਹੈ ਤੇ ਮੇਰੇ ਕਲਗੀ ਵਾਲੇ ਦੇ ਸਿੱਖਾਂ ਦੇ ਜੀਵਨ ਨੂੰ ਤੱਕਦਾ ਹੈ ਤੇ ਹਜ਼ੂਰ ਪੁਕਾਰ ਕੇ ਕਹਿੰਦੇ ਨੇ, ਨੰਦ ਲਾਲ ਜੇ ਅੰਦਰ ਦੀ ਕਿਰਪਾ ਲੈਣੀ ਆ, ਵਿਦਵਤਾ ਹੋਣੀ ਕੁਝ ਹੋਰ ਗੱਲ ਹੈ, ਜਿੰਨੇ ਗੁਰੂ ਕੀ ਸੰਗਤ ਦੇ ਭਾਂਡੇ ਧੋਵੇਗਾ ਉਹਨਾਂ ਤੇਰਾ ਅੰਦਰ ਜ਼ਿਆਦਾ ਨਿਰਮਲ ਹੋਵੇਗਾ। ਹੋਵੇ ਵਿਦਵਾਨ ਤੇ ਸੇਵਾ ਇਹਨੂੰ ਲੰਗਰ ਦੀ ਦਿੱਤੀ, ਹੋਵੇ ਫਾਰਸੀ ਅਰਬੀ ਦਾ ਮਹਾਨ ਪੰਡਿਤ ਤੇ ਕਹਿ ਦਿੱਤਾ ਕਿ ਨੰਦ ਲਾਲ ਤੇਰਾ ਕੰਮ ਤੈਨੂੰ ਲੰਗਰ ਦਿੱਤਾ, ਤੂੰ ਗੁਰੂ ਕੇ ਲੰਗਰ ਦੀਆਂ ਲੱਕੜਾਂ ਢੋੜੀਆਂ ਨੇ, ਗੁਰੂ ਕੇ ਲੰਗਰ ਵਿੱਚ ਆਟਾ ਗੁੰਨਣਾ ਹੈ, ਗੁਰੂ ਕੇ ਲੰਗਰ ਦੀਆਂ ਦੇਗਾਂ ਸਾਫ਼ ਕਰਨੀਆਂ ਨੇ। ਤੇ ਜਿੱਦਣ ਕੀਤੀ ਸੇਵਾ ਤੇ ਨੰਦ ਲਾਲ ਦੇ ਲੰਗਰ ਵਿੱਚ ਮੇਰਾ ਗੁਰੂ ਗਿਆ, ਸਭ ਤੋਂ ਜ਼ਿਆਦੀ ਕਿਰਪਾ ਮਿਲੀ ਤੇ ਪੁੱਛਿਆ ਨੰਦ ਲਾਲ ਕੁਝ ਮੰਗ, ਤੇ ਜ਼ਿੰਦਗੀ ਨਾਮਾ ਅੰਦਰ ਭਾਈ ਨੰਦ ਲਾਲ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਲੋਕ ਮੈਨੂੰ ਪੰਡਿਤ ਵਿਦਵਾਨ ਕਹਿੰਦੇ ਸਨ, ਤੇਰੇ ਘਰ ਵਿੱਚ ਆਇਆ ਤੇ ਸਮਝ ਪੈ ਗਈ ਏ ਵਿਦਵਤਾ ਕੁਝ ਹੋਰ ਚੀਜ਼ ਏ ਤੇ ਰੂਹਾਨੀਅਤ ਦਾ ਆਨੰਦ ਕੁਝ ਹੋਰ ਚੀਜ਼ ਏ। ਜੇ ਤੂੰ ਤੁਠਾ ਈ ਦਿਲੇ ਦਰਿਆਨ ਮਾਰਾ ਸ਼ੌਕ ਬਖਸ਼, ਮੇਰਾ ਦਿਲ ਪੁੱਜ ਚੁੱਕਾ ਹੈ, ਸੜ ਚੁੱਕਾ ਹੈ, ਕਈ ਜਨਮਾਂ ਦਾ ਤਪਿਆ ਹੈ, ਜੇ ਤੂੰ ਮੇਰੇ ਤੇ ਕੁਝ ਕਿਰਪਾ ਕਰ ਲੱਗੇ ਤੇ ਨੰਦ ਲਾਲ ਨੂੰ ਬੰਦਗੀ ਦਾ ਸ਼ੌਕ ਬਖਸ਼ ਦੇ। ਲੋਕ ਮੈਨੂੰ ਪੰਡਿਤ ਕਹਿੰਦੇ ਨੇ ਪਰ ਮੈਨੂੰ ਬੰਦਗੀ ਨਹੀਂ ਕਰਨੀ ਆਉਂਦੀ। ਕਹਿਣ ਲੱਗੇ ਈ ਦਿਲੇ ਬਰਿਆਨ ਮਾਰਾ ਸ਼ੌਕ ਬਖਸ਼, ਕਹਿਣ ਲੱਗੇ ਕਿਰਪਾ ਕਰ ਸਾਹਿਬ ਜੀ, ਦਰ ਗੁਲੇਮੇ ਤੂੰ ਮੇਰੇ ਗਲੇ ਦੇ ਅੰਦਰ ਬੰਦਗੀ ਦਾ ਤੌਕ ਬਖਸ਼, ਜਿਵੇਂ ਕੁੱਤੇ ਦੇ ਗਲੇ ਵਿੱਚ ਕੋਈ ਪਟਾ ਪਾ ਦਿੰਦਾ ਹੈ, ਨੰਦ ਲਾਲ ਦੇ ਗਲੇ ਵਿੱਚ ਮੇਰੇ ਦਾਤਿਆ ਆਪਣੀ ਬੰਦਗੀ ਦਾ ਪਟਾ ਪਾ ਦੇ, ਕਿਉਂਕਿ ਬੰਦਗੀ ਦੇ ਬਰਾਬਰ ਕੋਈ ਨਹੀਂ। ਈ ਦਿਲੇ ਬੈਰਾਨ ਮਾਰਾ ਸ਼ੌਕ ਬਖਸ਼, ਦਰ ਗੁਲੇਮੇ ਬੰਦਗੀ ਦਾ ਤੌਕ ਬਖਸ਼। ਤੇ ਨੰਦ ਲਾਲ ਜੀ ਕਹਿੰਦੇ ਨੇ, ਘਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਜੇ ਤੂੰ ਕੁਝ ਪਾਣਾ ਚਾਹਵੇਂ ਤੇ ਵਾਹਿਗੁਰੂ ਜੀ ਦੀ ਬੰਦਗੀ ਕਰ। ਕਹਿਣ ਲੱਗੇ ਜੇ ਨਾ ਬੰਦਗੀ ਕੀਤੀ, ਘਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ। ਕਹਿਣ ਲੱਗੇ ਬੰਦਗੀ ਕਰ, ਨਹੀਂ ਤਾਂ ਰੱਬ ਦੀ ਦਰਗਾਹ ਵਿੱਚ ਸ਼ਰਮਿੰਦਿਆ ਹੋ ਕੇ ਜਾਵੇਂ। ਮੇਰੇ ਕਹਿਣ ਤੋਂ ਮੁਰਾਦ ਵਿਦਵਾਨ ਨੰਦ ਲਾਲ ਵੀ ਬੜਾ ਹੈ, ਪਰ ਸਾਹਿਬ ਕਹਿਣ ਲੱਗੇ ਉਹ ਵਿਦਵਾਨ ਤੂੰ ਅੱਖਰਾਂ ਦੀ ਹੇਰ ਫੇਰ ਵਿੱਚ ਮਤ ਪਾਓ। ਅੱਜ ਅਸੀਂ ਦੇਖਨੇ ਆ ਪਿਆਰਿਓ, ਕਿਤੇ ਉਹ ਗੁਰਮੁਖ ਵਿਦਵਾਨ ਪੈਦਾ ਹੋਣ। ਭਾਈ ਹੀਰਾ ਸਿੰਘ ਰਾਗੀ ਦਾ ਨਾਂ ਸੁਣਿਆ ਹੋਣਾ ਬੜਿਆਂ ਨੇ। ਇਹੋ ਜਿਹਾ ਗੁਰਮੁਖ ਵਿਦਵਾਨ, ਇਹੋ ਜਿਹਾ ਸਿਆਣਾ, ਕਮਾਲ ਦੀ ਗੱਲ, ਜਦੋਂ ਕੀਰਤਨ ਕਰਨਾ ਸਵੇਰੇ 3 ਵਜੇ ਤੋਂ ਲੈ ਕੇ ਤੇ 9 ਵਜੇ ਤੱਕ, ਦਿਨ ਚੜੇ ਤੱਕ ਕੀਰਤਨ ਕਰਨਾ, 6-6 ਘੰਟੇ ਕੀਰਤਨ ਕਰਨਾ। ਤੇ ਆਰੀਆ ਸਮਾਜੀ ਕਹਿੰਦੇ ਹੁੰਦੇ ਸਨ, ਹੀਰਾ ਸਿੰਘ ਦਾ ਕੀਰਤਨ ਸੁਣ ਆਇਓ, ਕਥਾ ਨਾ ਸੁਣਿਓ। ਜਿਹੜਾ ਉਹਦੀ ਕਥਾ ਸੁਣਦਾ ਉਹਨੂੰ ਸਿੱਖ ਬਣਨ ਵਾਸਤੇ ਮਜਬੂਰ ਹੋਣਾ ਪੈ ਜਾਂਦਾ। ਇਹਦਾ ਮਤਲਬ ਉਹਦੀ ਇੰਨੀ ਕੁ ਕਿਰਪਾ, ਇੰਨੀ ਕੁ ਰਹਿਮਤ ਉਹਦੇ ਤੇ। ਤੇ ਜਦੋਂ ਕਿਤੇ ਰਾਤ ਨੂੰ ਬਹਿਣਾ, ਚੇਤੇ ਰੱਖਣਾ ਵਿਦਿਆ ਕਈ ਵਾਰੀ ਸ਼ੋਹਰਤ ਵਾਸਤੇ ਵੀ ਲਈ ਜਾਂਦੀ ਹੈ। ਵਾਹ ਵਾਹ ਲੋਕ ਕਹਿਣ ਵੀ ਬੜਾ ਵੱਡਾ ਬੰਦਾ, ਬੜਾ ਵਿਦਵਾਨ ਹੈ। ਨਹੀਂ ਪਿਆਰਿਓ, ਪ੍ਰੀਤਮ ਨੂੰ ਰੁਝਾਨ ਤੋਂ ਬਿਨਾਂ ਸਭ ਕੁਝ ਨਿਫਲ ਜੇ। ਰਾਤ ਨੂੰ ਬਹਿਣਾ, ਸ਼ਮਸ਼ਾਨ ਘਾਟ ਵਿੱਚ ਰਾਤ ਨੂੰ ਬੈਠੇ ਹੋਣਾ, ਲੋਕਾਂ ਨੇ ਘਰਾਂ ਵਿੱਚ ਸੌਣਾ, ਤੇ ਹੀਰਾ ਸਿੰਘ ਨੇ ਵਾਜਾ ਪਕੜ ਕੇ ਕਬਰਸਤਾਨ ਤੇ ਬੈਠਾ ਹੋਣਾ ਤੇ ਗਾਉਣਾ, ਸੱਜਣੋ ਤੁਸੀਂ ਤਾਂ ਛੱਡ ਕੇ ਚਲੇ ਗਏ ਹੋ ਨਾ, ਤੇ ਮੈਂ ਵੀ ਤੁਹਾਡੇ ਪਿੱਛੇ ਆ ਰਿਹਾ, ਪਰ ਜੇ ਤੁਸੀਂ ਪ੍ਰੀਤਮ ਤੱਕ ਪਹੁੰਚ ਚੁੱਕੇ ਹੋ ਤੇ ਅਰਦਾਸ ਕਰੋ ਮੈਨੂੰ ਜਾਣ ਤੋਂ ਪਹਿਲਾਂ ਗੁਰੂ ਨਾਨਕ ਨਾਮ ਦੀ ਦਾਤ ਦੇ ਦੇਵੇ। ਕਬਰਾਂ ਵਿੱਚ ਸਾਰੀ ਸਾਰੀ ਰਾਤ ਗਾਉਂਦੇ ਰਹਿਣਾ, ਪਰ ਅੱਜ ਕੋਈ ਗਾਉਂਦਾ ਹੈ? ਨਹੀਂ ਪਿਆਰਿਓ, ਅੱਜ ਤਾਂ ਗਾਉਣ ਦੀ ਵੀ ਕੀਮਤ ਅਦਾ ਕਰੋ ਤਾਂ ਕੋਈ ਗਾਉਂਦਾ ਹੈ। ਰੱਬ ਲਈ ਤਾਂ ਗੁਰੂ ਲਈ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਗਾਉਂਦਾ ਹੁੰਦਾ ਹੈ। ਸਾਧ ਸੰਗਤ, ਮੈਂ ਅਰਜ਼ ਕਰ ਰਿਹਾ, ਅੱਜ ਕੇਵਲ ਤਰਕੇ, ਕੇਵਲ ਕਾਂਟਾ ਛਾਟੀਏ, ਇੱਥੋਂ ਤੱਕ ਕਿ ਸਟੇਜ ਤੇ ਬੈਠੇ ਵੀ ਔਗਣ ਬੋਲੀ ਜਾਵਾਂਗੇ। ਕਿਉਂ ਨਹੀਂ ਆਪਾਂ ਗੁਰੂ ਦੀ ਗੁਰਮਤ ਦੀ ਗੱਲ ਕਰਦੇ? ਇੱਕ ਬੜੀ ਪਿਆਰੀ ਘਟਨਾ ਵਿਦਵਾਨ ਨੇ ਕਹੀ। ਆ ਮੌਲਾਨਾ ਰੂਮ ਦਾ ਨਾਮ ਬੜਿਆ ਸੁਣਿਆ ਹੋਣਾ, ਪੜ੍ਹਿਆ ਲਿਖਿਆ ਨੂੰ ਪਤਾ ਹੈ। ਇਹਦਾ ਨਾਮ ਮੌਲਾਨਾ ਰੂਮ ਸੀ। ਕਹਿੰਦੇ ਨੇ ਇੰਨਾ ਤਕੜਾ ਵਿਦਵਾਨ ਸੀ, ਹਾਰੀ ਸਾਰੀ ਬੰਦੇ ਨੂੰ ਵਿਦਿਆ ਨਹੀਂ ਸੀ ਦਿੰਦਾ ਹੁੰਦਾ। ਇਹਦੇ ਕੋਲ ਤਾਂ ਖਲੋਂਦਾ ਵੀ ਉਹ ਹੁੰਦਾ ਸੀ ਜਿਹੜਾ ਬਹੁਤ ਸਿਆਣਾ ਸੂਝਵਾਨ ਸੀ। ਇੱਕ ਦਿਨ
ਇਹ ਆਪਣੇ ਵਿਦਿਆਰਥੀਆਂ ਨੂੰ ਕੁਝ ਪੜ੍ਹਾ ਰਿਹਾ ਸੀ। ਗ੍ਰੰਥ ਖੋਲੇ ਤੇ ਕਹਿੰਦੇ ਨੇ ਇੱਕ ਫਕੀਰ ਆਇਆ ਜਿਹੜਾ ਪੈਰਾਂ ਤੋਂ ਨੰਗਾ ਸੀ, ਪਾਟੇ ਜਿਹੇ ਉਹਦੇ ਕੱਪੜੇ ਸਨ, ਮੈਲੇ ਬਸਤਰ ਤੇ ਮੌਲਾਨਾ ਰੂਮ ਦੇ ਕੋਲ ਆ ਕੇ ਖਲੋ ਗਿਆ ਤੇ ਕਿਤਾਬਾਂ ਇਹ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਪਿਆ ਸੀ। ਤੇ ਉਸ ਫਕੀਰ ਨੇ ਨਾ, ਇਹ ਸੱਚੀ ਘਟਨਾ, ਸਿਰਫ ਇੰਨੀ ਕੁ ਗੱਲ ਕਹੀ, ਕਹਿਣ ਲੱਗਾ, ਮੌਲਾਨਾ ਆ ਇੰਨਾ ਕੁਝ ਤੂੰ ਕੀ ਖੋਲ ਕੇ ਬੈਠਾ? ਤੇ ਮੌਲਾਨਾ ਰੂਮ ਨੇ ਦੇਖਿਆ, ਨੰਗੇ ਪੈਰ, ਪਾਟੇ ਕੱਪੜੇ ਨੇ। ਅਸੀਂ ਤਾਂ ਸੰਤ ਭਗਤ ਦੀ ਵੀ ਪਰਿਭਾਸ਼ਾ ਉਹਦੇ ਕੱਪੜਿਆਂ ਤੋਂ ਬਣਾਉਂਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਜੇ ਮੰਨਿਆ। ਅਸੀਂ ਤਾਂ ਕਹਿੰਦੇ ਹਾਂ ਕੱਪੜੇ ਲਿਸ਼ਕੇ ਪੁਸ਼ਕੇ ਪਾਏ ਹੋਣ, ਪੱਗ ਪਹੁੰਚ ਵੀ ਬੰਨੀ ਹੋਵੇ, ਭੀੜਾ ਪਜਾਮਾ ਪਾਇਆ ਹੋਵੇ, ਅਸੀਂ ਕਹਾਂਗੇ ਮਹਾਨ ਵਿਗਿਆਨੀ, ਮਹਾਨ ਵਿਦਵਾਨ, ਮਹਾਨ ਸੰਤ। ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਾਬਰ ਅੰਦਰ ਸਾਬਰੀ, ਤਨ ਐਵੇਂ ਜਲੇਨ, ਖੂਨ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਉੱਥੇ ਕੱਪੜੇ ਨਹੀਂ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੇ ਨੇਹੋਂ ਲੱਗਾ ਰੱਬ ਚੇਤੀ, ਦੇਖਣਾ ਵਿਚਾਰ, ਰੰਗ ਹੱਸੈ ਰੰਗ ਰੋਵੇਂ। ਉਹ ਪ੍ਰੀਤਮ ਦੀ ਯਾਦ ਵਿੱਚ ਹੱਸਦੇ ਨੇ, ਤੇ ਜਦੋਂ ਕਿਤੇ ਤੋਟ ਪੈਂਦੀ ਹੈ ਫਿਰ ਇਕਾਂਤ ਵਿੱਚ ਬੈਠ ਕੇ ਪ੍ਰੀਤਮ ਦੀ ਯਾਦ ਵਿੱਚ ਰੋਂਦੇ। ਰੰਗ ਹੱਸੈ ਰੰਗ ਰੋਵੇਂ, ਚੁੱਪ ਭੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ, ਬਾਜ ਸੱਚੇ ਨਾ ਦਰ ਤੇ ਖਸਮ, ਵੈਗਰੂ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਉਸ ਫਕੀਰ ਨੇ ਪੁੱਛਿਆ, ਮੌਲਾਨਾ ਰੋਮ ਇਹ ਕੀ? ਉਹਨੇ ਵੇਖਿਆ ਵੀ ਇਹ ਪਾਟੇ ਕੱਪੜਿਆਂ ਵਾਲਾ ਭਿਖਾਰੀ। ਕਹਿਣ ਲੱਗਾ, ਬਾਬਾ ਅਗਾਂਹ ਵਗ ਜਾ, ਇਹ ਉਹ ਕੁਝ ਜਿਹਦੇ ਬਾਰੇ ਤੈਨੂੰ ਕੁਝ ਪਤਾ ਨਹੀਂ, ਤੂੰ ਕੀ ਲੈਣਾ? ਕਿਉਂਕਿ ਇਲਮ ਦਾ ਹੰਕਾਰ ਸੀ, ਮੇਰੇ ਨਾਲੋਂ ਵੱਡਾ ਵਿਦਵਾਨ ਕੋਈ ਨਹੀਂ। ਤੇ ਉਹ ਫਕੀਰ ਕੋਈ ਹੋਰ ਨਹੀਂ ਸੀ, ਉਹ ਸੀ ਸ਼ਮਸ਼ ਤਬਰੇਜ਼, ਜਿਹਦੀ ਖਲ ਲਾਈ ਗਈ ਸੀ। ਸ਼ਮਸ਼ ਤਬਰੇਜ਼ ਨੂੰ ਜਦੋਂ ਕਿਹਾ, ਜਾ ਬਾਬਾ ਅਗਾਂਹ ਵਗ ਜਾ, ਤੂੰ ਕੀ ਲੈਣਾ? ਇਹ ਜੋ ਕੁਝ ਹੈ ਤੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਤੇ ਸ਼ਮਸ਼ ਤਬਰੇਜ਼ ਨੇ ਕਹਿੰਦੇ ਨੇ ਸਿਰਫ ਅੱਖਾਂ ਭਰ ਕੇ ਦੇਖੀਆਂ ਤੇ ਰਵਾਇਤ ਮੌਲਾਨਾ ਰੂਮ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ। ਉਹਦਾ ਅੰਦਰ ਘਾਬਰ ਗਿਆ, ਡਰ ਗਿਆ, ਅੰਦਰ ਡਰ ਗਿਆ, ਕੰਬਣ ਲੱਗਾ। ਤੇ ਜਦੇ ਮੌਲਾਨਾ ਰੂਮ ਦੇ ਗ੍ਰੰਥਾਂ ਵੱਲ ਨਜ਼ਰ ਭਰ ਕੇ ਦੇਖੀ ਤੇ ਗ੍ਰੰਥਾਂ ਨੂੰ ਅੱਗ ਲੱਗ ਗਈ। ਜਦੋਂ ਅੱਗ ਲੱਗੀ, ਮੌਲਾਨਾ ਰੂਮ ਭੱਜ ਕੇ ਚਰਨਾਂ ਤੇ ਡਿੱਗ ਪਿਆ ਸ਼ਮਸ਼ ਤਬਰੇਜ਼ ਦੇ। ਕਹਿਣ ਲੱਗਾ, ਬਾਬਾ ਇਹ ਕੀ? ਤੇ ਅੱਗੋਂ ਮੌਲਾਨਾ ਰੂਮ ਕਹਿੰਦਾ, ਇਹ ਉਹ ਕੁਝ ਜਿਹਦੇ ਬਾਰੇ ਤੈਨੂੰ ਕੁਝ ਨਹੀਂ ਪਤਾ। ਯਾਦ ਰੱਖੀ, ਮੈਂ ਤੈਨੂੰ ਪੁੱਛਿਆ ਸੀ ਇਹ ਕੀ? ਤੂੰ ਕਿਹਾ ਇਹ ਜੋ ਕੁਝ ਹੈ ਤੈਨੂੰ ਕੀ ਪਤਾ? ਤੇ ਪਿਆਰਿਆ, ਜੋ ਕੁਝ ਮੈਂ ਹੁਣ ਕੀਤਾ ਇਹਦੇ ਬਾਰੇ ਤੈਨੂੰ ਕੁਝ ਨਹੀਂ ਪਤਾ। ਉਸ ਤੋਂ ਬਾਅਦ ਬੰਦਗੀ ਵੀ ਜੁੜਿਆ, ਬੰਦਗੀ ਵੀ ਜੁੜ ਕੇ ਪ੍ਰੀਤਮ ਨੂੰ ਰੁਝਾਇਆ। ਖੈਰ, ਮੈਂ ਅਰਜ਼ ਕਰ ਰਿਹਾ, ਮੇਰੇ ਗੁਰਦੇਵ ਕਹਿੰਦੇ ਨੇ, ਪੜ੍ਹਦੀ ਸਾਰੀ ਦੁਨੀਆ, ਪਰ ਵਿਦਵਾਨਾ ਜੇ ਤੂੰ ਪੜ੍ਹਨ ਤੁਰਿਆ ਹੈ ਨਾ, ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੇ ਗਿਰਵਾਨ ਵਿੱਚ ਝਾਤੀ ਮਾਰੀ, ਮੈਂ ਕਿੱਥੇ ਖਲੋਤਾ ਹੋਇਆ। ਤਾਂ ਹੀ ਤਾਂ ਬਾਬੇ ਫਰੀਦ ਨੇ ਕਿਹਾ ਸੀ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਜੇ ਤੂੰ ਬਰੀਕ ਅਕਲ ਵਾਲਾ ਹੈ ਨਾ, ਇਹਦਾ ਮਤਲਬ ਇਹ ਨਹੀਂ ਤੂੰ ਕਲਮ ਚੁੱਕ ਕੇ ਲੋਕਾਂ ਦੇ ਔਗਣ ਬੋਲੀ ਜਾ। ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾ ਕਰ, ਦੇਖ ਆਪਣੀ ਬੁੱਕਲ ਵਿੱਚ ਝਾਤੀ ਮਾਰ, ਮੈਂ ਕਿੱਥੇ ਖਲੋਤਾ ਹੋਇਆ। ਸੂਫੀ ਸੰਤ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ, ਪੜ ਹਾਫਜ਼ ਹਿਫਜ਼ ਕੁਰਾਨ ਕਰੇ। ਐ ਪਿਆਰਿਆ, ਹਾਫਜ਼ ਕਹਿੰਦੇ ਨੇ ਜਿਹਨੇ ਕੁਰਾਨ ਯਾਦ ਕੀਤੀ, ਫਟਾਫਟ ਬੋਲੀ ਹੈ ਜਿਹੜਾ। ਤੇ ਹਿਫਜ਼ ਦਾ ਅਰਥ ਹੁੰਦਾ ਯਾਦ ਕਰਨਾ। ਕਹਿਣ ਲੱਗੇ, ਪੜ ਹਾਫਜ਼ ਹਿਫਜ਼ ਕੁਰਾਨ ਕਰੇ, ਪੜ ਪੜ ਕੇ ਸਾਫ਼ ਜ਼ਬਾਨ ਕਰੇ। ਤੂੰ ਪੜ੍ਹਨਾ ਵੀ ਬੜੀ ਜਲਦੀ ਹੈ, ਐ ਬੜਾ ਫਟਾਫਟ ਬੋਲੀ ਜਾਣਾ। ਪਰ ਨਾਲ ਕਹਿੰਦੇ ਨੇ, ਪਿਆਰਿਆ ਇੱਕ ਗੱਲ ਯਾਦ ਰੱਖੀ, ਕੁਰਾਨ ਵੀ ਜ਼ਬਾਨੀ ਚੇਤੇ ਕਰ ਲਈਏ, ਪਰ ਆ ਜਿਹੜਾ ਮਨ ਹੈ ਨਾ, ਇਹ ਮਨ ਫਿਰਦਾ ਜਿਉਂ ਹਲਕਾਰਾ ਹੈ। ਇੱਕ ਅਲਫ ਪੜੋ ਛੁਟਕਾਰਾ ਹੈ। ਮਨ ਤਾਂ ਫਿਰ ਵੀ ਦਸੀ ਪਾਸੀ ਦੌੜਦਾ ਹੈ। ਉਹ ਭਲਿਆ ਇੰਨੀਆਂ ਕੁਰਾਨਾਂ ਕਿਤਾਬਾਂ ਨੂੰ ਪੜ੍ਹਨ ਦੀ ਬਜਾਏ ਕੇਵਲ ਇੱਕ ਓੰਕਾਰ ਦਾ ਜਾਪ ਦ੍ਰਿੜ ਕਰ ਲੈ। ਮੇਰੇ ਸਾਹਿਬ ਸੱਚੇ ਪਿਤਾ ਜੀ ਕਹਿੰਦੇ ਨੇ, ਪਿਆਰੇ ਕਹੰਤ ਬੇਦਾ, ਸਾਹਿਬ ਜੀ ਕਹਿਣ ਲੱਗੇ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ, ਕਹੰਤ ਬੇਦਾ, ਇਹਦਾ ਅਰਥ ਵੇਦਾਂ ਨੂੰ ਬਿਆਨ ਪੈ ਕਰਦੇ ਨੇ। ਬੜੇ ਵਿਦਵਾਨ ਪੰਡਿਤ ਨੇ ਜਿਹੜੇ ਵੇਦਾਂ ਦੀਆਂ ਗੱਲਾਂ ਕਰਦੇ ਨੇ। ਗੁਣੰਤ, ਗੁਣੀਆਂ ਦਾ ਅਰਥ ਹੈ ਗੁਣੀ ਲੋਕ, ਗੁਣੰਤ ਦਾ ਅਰਥ ਹੈ ਵਿਚਾਰ ਕਰਦੇ ਨੇ। ਕੋਈ ਵੇਦ ਪੜ੍ਹਦਾ ਹੈ, ਕਹਿ ਰਿਹਾ ਹੈ, ਕੋਈ ਉਹਦੇ ਕਹੇ ਹੋਏ ਦੀ ਵਿਚਾਰ ਪਿਆ ਕਰਦਾ। ਤੇ ਸਾਹਿਬ ਜੀ ਕਹਿਣ ਲੱਗੇ, ਸੁਣੰਤ ਬਾਲਾ, ਸੁਣੰਤ ਦਾ ਅਰਥ ਸੁਣਦੇ ਨੇ, ਬਾਲਾ ਦਾ ਅਰਥ ਬਾਲ ਕੇ। ਯਾਦ ਰੱਖਣਾ, ਬਾਲਾ ਦਾ ਅਰਥ ਬਾਣੀ ਵਿੱਚ ਵੀ ਆਇਆ, ਸਿੱਧ ਗੋਸ਼ਟ ਵਿੱਚ ਵੀ ਸ਼ਬਦ ਬਾਲਾ ਆਇਆ। ਗੁਰੂ ਨਾਨਕ ਸਾਹਿਬ ਜੀ ਨੂੰ ਬਾਲੇ ਸ਼ਬਦ ਨਾਲ ਬਾਲ ਕੇ ਨਾਲ ਸੰਬੋਧਨ ਕੀਤਾ ਸਿੱਧਾਂ ਨੇ। ਭਾਈ ਗੁਰਦਾਸ ਨੇ ਵੀ ਕਿਹਾ, ਕਹਿਣ ਲੱਗੇ, ਸਿੱਧੀ ਮਨੇ ਵਿਚਾਰਿਆ ਦਰਸ਼ਨ ਕਿਵੇਂ ਇਹ ਲੇਵੈ ਬਾਲਾ। ਉੱਥੇ ਵੀ ਬਾਲਾ ਦਾ ਅਰਥ ਬਾਲਕ ਹੈ।
ਸਾਹਿਬ ਕਹਿੰਦੇ ਨੇ ਕਹੰਤ ਬੇਦਾ ਗੁਣੰਤ ਗੁਣੀਆਂ। ਵੇਦ ਕੋਈ ਕਹਿ ਰਿਹਾ ਹੈ, ਕੋਈ ਗੁਣਵਾਨ ਉਹਦੀ ਵਿਚਾਰ ਕਰਦਾ ਹੈ। ਸੁਣੰਤ ਬਾਲਾ, ਤੇ ਕਈ ਛੋਟੇ ਛੋਟੇ ਬਾਲਕਿਆਂ ਚੇਲਿਆਂ ਨੂੰ ਕੋਲ ਬਣਾ ਕੇ ਪੜ੍ਹਾਉਂਦਾ ਪਿਆ, ਉਹਨਾਂ ਨੂੰ ਸਿਖਾਉਂਦਾ ਪਿਆ। ਸਾਹਿਬ ਜੀ ਕਹਿਣ ਲੱਗੇ ਇੱਥੇ ਬਸ ਨਹੀਂ, ਬਹੁ ਵਿਧ ਪ੍ਰਕਾਰਾ, ਕਈ ਤਰੀਕਿਆਂ ਨਾਲ ਵਿਖਿਆਨ ਕਰਦੇ ਨੇ। ਪਰ ਸਾਹਿਬ ਕਹਿਣ ਲੱਗੇ ਭਲਿਓ ਦ੍ਰਿੜੰਤ ਸੁਵਿਦਿਆ, ਇਹ ਤੇ ਸ਼ਬਦ ਪਹਿਲਾ ਵਿਦਿਆ ਤੋਂ ਅੱਗੇ ਸੱਸੇ ਨੂੰ ਅੰਕੜੇ ਸੁਵਿਦਿਆ, ਸੁਵਿਦਿਆ ਸੂਦਰ ਤੇ ਸ੍ਰੇਸ਼ਟ। ਕਹਿਣ ਲੱਗੇ ਭਾਵੇਂ ਜਿੰਨੇ ਮਰਜੀ ਵੇਦ ਪੜ੍ਹੀ ਜਾਏ, ਵੇਦ ਵਿਚਾਰੀ ਜਾਏ, ਵਿਦਿਆਰਥੀਆਂ ਨੂੰ ਪੜ੍ਹਾਈ ਜਾਏ, ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ। ਜੇ ਗੁਰੂ ਕੀ ਕਿਰਪਾ ਨਾਲ ਤੂੰ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਸਭ ਤੋਂ ਸ੍ਰੇਸ਼ਟ ਵਿਦਿਆ ਇਹ ਹੀ ਹੈ ਕਿ ਤੇਰਾ ਅੰਦਰ ਨਾਮ ਨਾਲ ਜੁੜ ਜਾਏ। ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ। ਤੇ ਜੇ ਨਹੀਂ ਤੇ ਪਿਆਰਿਆ ਫਿਰ ਚੇਤੇ ਰੱਖੀ, ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਨਹੀਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨੇ ਚਾਰ ਪੁਕਾਰੈ ਨਾ ਤੂੰ ਮੰਨੈ, ਖਟ ਪੀ ਏਕਾ ਬਾਤ ਬਖਾਨੈ, 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਚਾਰ ਪੁਕਾਰੈ, ਚਾਰ ਵੇਦ ਕਹਿੰਦੇ ਨੇ, ਨਾ ਤੂੰ ਮੰਨੈ, ਖਟ ਪੀ ਏਕਾ ਬਾਤ ਬਖਾਨੈ। 6 ਸ਼ਾਸਤਰ ਵੀ ਰੱਬ ਦੀ ਗੱਲ ਕਰਦੇ ਨੇ ਪਰ ਨਹੀਂ ਸੁਣੀ। ਤੇ ਸਾਹਿਬ ਜੀ ਕਹਿਣ ਲੱਗੇ 10 ਅਸ਼ਟੀ, 10 ਤੇ 8 18 ਪੁਰਾਣ ਵੀ ਕਹਿੰਦੇ ਨੇ 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਕਿਹੜੀ ਵਿਦਿਆ ਜੇ ਤੂੰ ਪੜ੍ਹੀ ਜਾਣਾ ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਖੋਚੀਆਂ। ਕਹਿਣ ਲੱਗੇ ਨਾਮ ਤੋਂ ਬਿਨਾ ਸਭ ਕੁਝ ਵਿਅਰਥ ਹੈ। ਤੇ ਜੇ ਪੜ੍ਹਦਾ ਰਹੇ ਤੇ ਕੁਝ ਕਮਾਇਆ ਨਹੀਂ ਤੇ ਫਿਰ ਮੇਰਾ ਬਾਬਾ ਕਹਿੰਦਾ ਪੰਡਿਆ ਕਵਨ ਕੁਮਾ ਤੁਮ ਲਾਗੇ, बूढ़ोगे परिवार सकल स्यो राम न जपो अभागे। वेद पुराण पढ़े का क्या गुण खर चंदन जस भारा, राम नाम की गत नहीं जानी कैसे उतर सपारा। पढ़ता लिया पर गुरुदेव ने उदाहरण बड़ी सोहनी ली। कहने लगे वेद पुराण पढ़े का क्या गुण खर चंदन जस भारा। खर दर ते गधा, हुण एक गधे उत्ते जे किते आपां 2 क्विंटल चंदन ला दईए ते कहिए भी गधिया बल्ले तू बड़िया भागां वाला, अज तेरे ते इन्ना कीमती चंदन लगा है। ते गधा कहंदा छड्डो मेरे वालों चंदन ला के मिट्टी उत्ते ला दिओ, मेरे वास्ते दा भार है, मैं भी सुगंधी तो की लैणा। साहब कहंदे जे कमांदा नहीं तां फिर इस तरह पढ़िया लिखे जिवें मान लो गधे दे उपर किसी ने चंदन लद्या हो। चंदन विच महकता है श्रीमान भाई साहब भाई वीर सिंह जी, जिन्हां दी लेखनी जगियासू नूं जीवन बख्शदी है, जी दान देंदी है। गुरमुख विद्वान संत कवि उन्हां ने 4 पंक्तियां कहियां। ਉਹ ਕਹਿੰਦੇ ਨੇ ਪਿਆਰਿਆ ਪਹਿਲੀ ਗੱਲ ਇਹ ਅੰਦਰ ਦਾ ਪੋਲ ਕਿਸੇ ਕੋਲ ਖੋਲੀ ਨਾ। ਜੇ ਤੈਨੂੰ ਗੁਰੂ ਨੇ ਅੰਦਰੋਂ ਰੰਗ ਦਿੱਤਾ ਹੈ ਨਾ ਤੇ ਜਿਹੜੇ ਪੜ੍ਹੇ ਲਿਖੇ ਗੂੜ ਗਿਆਨੀ ਨੇ ਨਾ ਉਹਨਾਂ ਕੋਲ ਨਾਮ ਦੀ ਬਾਤ ਨਾ ਕਰੀ। ਪੁੱਛਿਆ ਕਿਉਂ? ਕਹਿਣ ਲੱਗੇ ਜਦੋਂ ਤੂੰ ਨਾਮ ਦੀ ਗੱਲ ਕਰੇਗਾ ਦਲੀਲਾਂ ਦੇ ਦੇ ਕੇ ਤੇਰੇ ਅੰਦਰ ਨੂੰ ਤੋੜ ਦੇਣਗੇ। ਤੇ ਪੁੱਛਿਆ ਭਾਈ ਵੀਰ ਸਿੰਘ ਉਹ ਆਨੰਦ ਕੀ ਹੋ ਜਾਏ? भाई वीर सिंह कहते ने बंदा अपनी दिमागी अपनी अकल नाल अपनी बुद्धि नाल जिथों तक जाता है ना ते नाम की गल अकल तो अगे जाके हुंदी, अकल तक सीमित नहीं। भाई वीर सिंह लिखते ने जिन्हां उचियाइयां उत्ते बुद्धि खंभ साध ढठी, जिथे अकल नहीं पहुंचती मल्लो मल्ली दिल उथे मारदा उड़ारियां, प्याले अन डिठ नाल बुल लग जाण उथे, रस ते सरूर आवे झूमा आउण प्यारियां, उथे प्याले दिसदे नहीं पर गुरमुखां दे बुल जिहड़े ने प्यालियां दे नां लगे हुंदे। रस ते सरूर आवे झूमा आउण प्यारियां, ज्ञानी सानू होड़दा है। कहण लगे जिन्हें 4 अखर पढ़े ओ सानू रोकदा है ते कहंदा ज्ञानी सानू होड़दा है। ते वहमी ढोला आखदा है मारे गए ने ओ जिन्हां लाइयां बुद्धों पार तारियां, ते जपण वाला आत्म रसिया कहंदा बैठ वे ज्ञानी, बुद्धि मंडले दी कैद विच वलवले दे देश मेरियां लग गईयां यारियां। तू बह जा इत्थे मेरा तां प्रीतम दे चरनां नाल नेह लागे। तां ही तां प्रहलाद कहंदा मोको कहां पढ़ावस आल जाल, मेरी पट्टिया लिख दिओ श्री गोपाल, मेरे हिरदे दी पट्टी ते नाम लिख दिओ। साहब कहंदे ने कहांत बेदा गुणंत दुनिया, जेड़े गुणी ने ओ जेड़े ने कह रहे ने सुन रहे ने सुनंत बाला बहुविध कृपाला, दृढ़ंत सो विद्या हर हर कृपाला। फिर कहते ने की मंगया कर जे तेनू 4 अखर आ गए ने, नाम दान जाचंत नानक, नाम दी दात मंगया कर, जचंत दरत ना मंगना। किदे तो मंगना? किसे आदमी तो। खिमा करियो मैं एक गल जिहड़ी कहन लगा थोड़ा जिहा ध्यान दे आ जे।
ਅਸੀਂ ਕਹਿੰਦੇ ਹਾਂ ਮੈਂ ਫਲਾਣੇ ਬਾਬੇ ਤੋਂ ਨਾਮ ਦਾਨ ਲਿਆ। ਪਿਆਰਿਓ, ਨਾਮ ਦਾ ਦਾਤਾ ਕੇਵਲ ਗੁਰੂ ਜੀ। ਸੰਤ ਨਾਮ ਜਪਾ ਸਕਦਾ ਹੈ, ਗੁਰਸਿੱਖ ਨਾਮ ਜਪਣ ਦੀ ਪ੍ਰੇਰਨਾ ਦੇ ਸਕਦਾ ਹੈ, ਪਰ ਨਾਮ ਦਾ ਦਾਤਾ ਗੁਰਸਿੱਖੀ ਅੰਦਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਹੀ ਜੇ ਕਹੀਏ ਵੀ ਨਾਮ ਕਿਸੇ ਮਹਾਂਪੁਰਸ਼ ਤੋਂ ਲਿਆ ਤੇ ਮੇਰਾ ਬਾਬਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ। ਨਾਮ ਉਹ ਜਪਾਂਦਾ ਹੈ, ਨਾਮ ਦਾ ਦਾਤਾ ਮੇਰਾ ਗੁਰੂ ਵੇ। ਕਿਹਦੇ ਤੋਂ ਮੰਗਣਾ ਨਾਮ? ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਾਮ ਦਾਨ ਜਾ ਚੰਤ ਨਾਨਕ ਮੰਗਿਆ ਕਰ, ਦੈਨ ਹਾਰ ਗੁਰ ਗੋਪਾਲਾ। ਦੇਣ ਵਾਲਾ ਗੋਪਾਲ ਗੁਰੂ ਵੇ, ਵੈ ਗੁਰੂ ਵੇ। ਤੇ ਇਹਦੇ ਦਰ ਤੋਂ ਨਾਮ ਮੰਗ ਕੇ ਕਿਆ ਕਰ ਮੇਰੇ ਸਤਿਗੁਰੂ, ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤਾ ਹੈ ਦਾਤਾ ਹੋ ਦਇਆਲ। ਨਾਮ ਦੇਉ ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ, ਬੇਨਤੀ ਕਰਿਆ ਕਰ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੂ ਦੇਓ ਆਪਣਾ ਨਾਮ। ਕਿਆ ਕਰ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਬੇਨਤੀ ਕਰਿਆ ਕਰ ਮੇਰੇ ਸਤਿਗੁਰੂ, ਕਿਰਪਾ ਕਰਕੇ ਨਾਮ ਦੀ ਦਾਤ ਦੇ ਦੇ। ਪਿਆਰਿਓ, ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹੀ ਗਿਆਨੀ, ਉਹੀ ਧਿਆਨੀ, ਉਹੀ ਵਿਦਵਾਨ, ਉਹੀ ਪੰਡਤ। ਜੇ ਨਾਮ ਨਹੀਂ ਤਾਂ ਫਿਰ ਨਾਮ ਤੋਂ ਬਿਨਾਂ ਸਭ ਕੁਝ ਥੋਥਾ ਹੈ। ਭਾਵੇਂ ਜਿਤਨਾ ਮਰਜੀ ਕੋਈ ਸਿਆਣਾ ਵੇਦਾਂ ਦਾ ਗਿਆਤਾ ਹੋਵੇ, ਕਿਤਨਾ ਵਿਚਾਰਵਾਨ ਹੋਵੇ, ਨਾਮ ਤੋਂ ਬਿਨਾਂ ਜੀਵਨ ਬਿਲਕੁਲ ਅਜਾਈ ਹੈ। ਤਾਂ ਹੀ ਤਾਂ ਹਜ਼ੂਰ ਗੁਰੂ ਅਮਰਦਾਸ ਰੋਜ਼ ਕਹਿੰਦੇ ਨੇ ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਲਿਵ ਜੁੜ ਜਾਏ ਮੁਬਾਰਕ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ।